बाणी गुरु गुरु है बाणी, विच बाणी अमृत सारे। गुर बाणी कहे सेवक जन मानै, परतख गुरु निस्तारे। अगम अगोचर सच साहिब मेरा, नानक बोले बुलाया तेरा। कहाँ बुद्ध प्रभ तुच्छ हमारी, बरन सकै महिमा जो तिहारी। हम ना सकता कर सिफत तुम्हारी, आप लिहो तुम कथा सुधारी। हम ना सकता कर सिफत तुम्हारी, आप लिहो तुम कथा सुधारी। धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰਾਂ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸਤਸੰਗੀ ਜਨੋ, ਆਪ ਸਭ ਵਡਭਾਗੇ ਹੋ ਜੋ ਸਤਿਗੁਰਾਂ ਦੇ ਦਰਸ਼ਨ ਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਕੇ ਕਰ ਰਹੇ ਸੀ। ਸੋ ਆਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬੜੀ ਅਪਾਰ ਕਿਰਪਾ ਰਹਿਮਤ ਕੀਤੀ ਸਾਡੇ ਕਲਯੁਗੀ ਜੀਵਾਂ ਤੇ। ਸਾਨੂੰ ਜੋ ਸਤਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ, ਆਪਾਂ ਸਾਰੇ ਸਾਲਾਨਾ ਗੁਰਮਤਿ ਸਮਾਗਮ ਵਿੱਚ ਇਕੱਤਰ ਹੋਏ ਹਾਂ। ਜੋ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ, ਉਹਨਾਂ ਦਿਹਾੜਿਆਂ ਨੂੰ ਮਨਾ ਰਹੇ ਹਾਂ। ਸੋ ਆਓ ਜਿੰਨਾ ਵੀ ਸਮਾਂ ਪਾਤਸ਼ਾਹ ਸਾਨੂੰ ਬਖਸ਼ਦੇ ਨੇ, ਉਸ ਸਮੇਂ ਦੇ ਵਿੱਚ ਰਹਿ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਈਏ। ਸਾਰੀ ਸੰਗਤ ਮਰਦ ਬਿਰਤੀਆਂ ਇਕਾਗਰ ਕਰਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਗੁਰਬਾਣੀ 'ਚ ਇੱਕ ਬਚਨ ਆਉਂਦਾ ਹੈ। ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਉਜਲੇ। ਮੇਰੇ ਮਾਲਕ ਕਰੋੜਾਂ ਬ੍ਰਹਮੰਡਾਂ ਦੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਨਾ, ਉਹ ਇਸ ਵੱਡੇ ਭਾਗਾਂ ਦੀ ਨਿਸ਼ਾਨੀ ਨੂੰ ਕਿਵੇਂ ਸਮਝਣ, ਉਹਨਾਂ ਨੂੰ ਕਿਵੇਂ ਪਤਾ ਲੱਗੇ ਕਿ ਉਹਨਾਂ ਦੇ ਭਾਗ ਵੱਡੇ ਨੇ। ਪਾਤਸ਼ਾਹ ਜੀ ਅੱਗੇ ਬਚਨ ਕਰਦੇ ਨੇ ਕਿ ਜਿਨ ਕੇ ਭਾਗ ਵੱਡੇ ਹੈ ਭਾਈ। ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲਾਂ ਉਸ ਨੂੰ ਸਾਧੂ ਦੀ ਗੁਰਮੁਖ ਪਿਆਰਿਆਂ ਦੀ ਸੰਗਤ ਮਿਲ ਜਾਂਦੀ ਹੈ। ਇਹ ਵੱਡੇ ਭਾਗਾਂ ਦੀ ਪਹਿਲੀ ਨਿਸ਼ਾਨੀ ਹੈ। ਤੇ ਉਸ ਤੋਂ ਬਾਅਦ ਜਦੋਂ ਸੰਗਤ ਮਿਲਦੀ ਹੈ, ਪਾਤਸ਼ਾਹ ਕਹਿੰਦੇ ਅੱਗੇ ਫਿਰ ਕੀ ਬਖਸ਼ਿਸ਼ ਕਰਦੇ ਨੇ ਪਾਤਸ਼ਾਹ ਉਸ ਤੇ। ਪਾਤਸ਼ਾਹ ਕਹਿੰਦੇ ਫਿਰ ਜਿਹੜੇ ਕਾਰਨਾਂ ਕਰਕੇ ਸੰਸਾਰ ਦੇ ਵਿੱਚ ਵਿਚਰ ਰਿਹਾ ਜੀਵ ਸੀ ਨਾ, ਸੰਸਾਰ ਦੇ ਵਿੱਚ ਰਹਿੰਦਿਆਂ ਉਸ ਦੀ ਬੁੱਧੀ ਦੇ ਵਿੱਚ ਨਿਰਮਲਤਾ ਨਹੀਂ ਰਹੀ। ਉਸ ਦੀ ਬੁੱਧੀ ਮਲੀਨ ਹੋ ਚੁੱਕੀ ਹੈ, ਉਸ ਦੇ ਅੰਦਰ ਦੁਰਮਤ ਭਰ ਚੁੱਕੀ ਹੈ, ਦੁਈ ਦਵੈਸ਼ ਭਰ ਚੁੱਕੀ ਹੈ। ਪਰ ਜਦੋਂ ਗੁਰਮੁਖ ਪਿਆਰਿਆਂ ਦਾ ਸੰਗ ਮਿਲਦਾ ਹੈ ਨਾ, ਪਾਤਸ਼ਾਹ ਬਚਨ ਕਰਦੇ ਨੇ ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ। ਤੇ ਇੱਕ ਬਖਸ਼ਿਸ਼ ਹੋਰ ਕਰਦੇ ਨੇ ਕਿ ਉਹਨਾਂ ਦੇ ਮੁਖ ਉਜਲੇ ਕਰ ਦਿੰਦੇ ਨੇ। ਪਾਤਸ਼ਾਹ ਕਹਿੰਦੇ ਉਹਨਾਂ ਦੇ ਮੁਖ ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਉਜਲੇ ਹੋ ਜਾਂਦੇ ਨੇ। ਉਹਨਾਂ ਦੇ ਅੰਦਰੋਂ ਦੁਈ ਦਵੈਸ਼, ਉਹਨਾਂ ਦੇ ਅੰਦਰੋਂ ਪੰਜ ਵਿਕਾਰ ਖਤਮ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਨੇ।
ਸੋ ਬੜੀ ਕਿਰਪਾ ਪਾਤਸ਼ਾਹ ਨੇ ਸਾਡੇ ਕਲਯੁਗੀ ਜੀਵਾਂ ਤੇ ਕੀਤੀ। ਪਾਤਸ਼ਾਹ ਨੇ ਸਾਨੂੰ ਸਤਸੰਗਤ ਦੀਆਂ ਘੜੀਆਂ ਬਖਸ਼ੀਆਂ, ਨਾਲ ਹੀ ਸਤਪੁਰਸ਼ਾਂ ਦਾ ਸੰਗ ਬਖਸ਼ਿਆ, ਜਿਨ੍ਹਾਂ ਦੀ ਪਰਥਾਏ ਗੁਰਬਾਣੀ 'ਚ ਬਚਨ ਆਉਂਦਾ ਹੈ। ਕਬੀਰ ਜੀ ਬਚਨ ਕਰਦੇ ਨੇ, ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ। ਕਬੀਰ ਜੀ ਬਚਨ ਕਰਦੇ ਨੇ, ਕਹਿੰਦੇ ਸਿੱਖਾ, ਜੇ ਤੂੰ ਸਤਪੁਰਸ਼ਾਂ ਦਾ ਸੰਗ ਕਰੇਗਾ ਨਾ, ਤੇਰੇ ਜੀਵਨ ਦੇ ਵਿੱਚ ਉਹ ਆਨੰਦ, ਉਹ ਖੇੜਾ ਆਏਗਾ ਜਿਹਦਾ ਕਦੇ ਅੰਤ ਨਹੀਂ ਹੋ ਸਕਦਾ। ਕਿਉਂਕਿ ਸੰਸਾਰ ਦੇ ਵਿੱਚ ਹਰ ਇੱਕ ਚੀਜ਼ ਦਾ ਆਪੋਜ਼ਿਟ ਵਰਲਡ ਹੈ। ਕੋਈ ਨਾ ਕੋਈ ਤੁਸੀਂ ਸ਼ਬਦ ਲੈ ਲਓ, ਜਿਵੇਂ ਦੁੱਖ ਦਾ ਹੈ ਸੁੱਖ, ਸੁੱਖ ਦਾ ਦੁੱਖ ਹੈ। ਇਸੇ ਤਰ੍ਹਾਂ ਜੇ ਅਸੀਂ ਆਨੰਦ ਲੈ ਲਈਏ ਨਾ, ਤੇ ਆਨੰਦ ਦਾ ਤੁਸੀਂ ਵੇਖੋਗੇ ਕਿਤੇ ਵੀ ਵਿਪਰੀਤ ਸ਼ਬਦ ਨਹੀਂ ਮਿਲਦਾ ਤੁਹਾਨੂੰ। ਜਿਹੜਾ ਆਨੰਦ ਸਾਨੂੰ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਮਿਲਦਾ ਹੈ ਨਾ, ਉਹ ਆਨੰਦ ਦਾ ਕਦੇ ਖਾਤਮਾ ਨਹੀਂ ਹੁੰਦਾ, ਉਹ ਆਨੰਦ ਕਦੇ ਅੰਦਰੋਂ ਵਿਸਰਦਾ ਨਹੀਂ। ਕਿਉਂਕਿ ਜਿਹੜੇ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਬਚਨ ਕੀਤਾ ਸੀ ਨਾ, ਕਿ ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਪਾਤਸ਼ਾਹ ਕਹਿੰਦੇ ਜਿਹੜੇ ਕਾਰਨਾਂ ਕਰਕੇ ਮਨੁੱਖਾ ਤੋਂ ਮਨੁੱਖਾ ਜੂਨ ਇਹ ਸਰੀਰ ਧਾਰਿਆ ਹੈ ਨਾ, ਜਿਹੜੇ ਕਾਰਨ ਕਰਕੇ ਜਿਹੜਾ ਤੇਰਾ ਪ੍ਰਯੋਜਨ ਪਾਤਸ਼ਾਹ ਨੇ ਤੈਨੂੰ ਬਖਸ਼ਿਆ ਸੀ ਨਾ, ਉਹ ਪ੍ਰਯੋਜਨ ਤੇਰਾ ਇਸ ਮਨੁੱਖਾ ਜੂਨ ਦੇ ਵਿੱਚ ਆ ਕੇ ਨਾਮ ਜਪਣ ਦਾ ਸੀ। ਪਰ ਜਦੋਂ ਅਸੀਂ ਹੌਲੀ ਹੌਲੀ ਆਪਣੇ ਸੰਸਾਰ ਦੇ ਵਿੱਚ ਵਿਚਰਦੇ ਹਾਂ ਨਾ, ਉਦੋਂ ਸਾਡੀ ਬੁੱਧੀ ਸੰਸਾਰ ਦੇ ਵਿੱਚ ਗੁਲਤਾਨ ਹੁੰਦੀ ਹੈ, ਸਾਡੇ ਮਨ ਨੂੰ ਸੰਸਾਰ ਦਾ ਰੰਗ ਚੜ੍ਹਦਾ ਹੈ। ਤੇ ਉਸ ਸੰਸਾਰਕ ਰੰਗ ਨੂੰ ਉਤਾਰਨ ਵਾਸਤੇ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦਾ ਸਮੁੰਦਰ ਬਖਸ਼ਿਆ। ਮੇਰੇ ਮਾਲਕ ਬਚਨ ਕਰਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਸਿੱਖਾ, ਜੇ ਤੂੰ ਆਪਣੇ ਅੰਦਰੋਂ ਦੁਰਮਤ ਦੂਰ ਕਰਨੀ ਹੈ ਨਾ, ਤਾਂ ਤੂੰ ਸੱਚੇ ਸਤਿਗੁਰੂ ਦੀ ਸੰਗਤ ਕਰਿਆ ਕਰ, ਤਾਂ ਗੁਰੂ ਦੀ ਬਾਣੀ ਪੜਿਆ ਕਰ, ਸਤਪੁਰਸ਼ਾਂ ਦਾ ਸੰਗ ਕਰਿਆ ਕਰ। ਕਿਉਂਕਿ ਸੰਗਤ ਵਿੱਚ ਐਸਾ ਮਹਾਰਾਜ ਨੇ ਇੱਕ ਪਾਵਰ ਦਿੱਤੀ ਹੈ ਨਾ, ਜਦੋਂ ਅਸੀਂ ਸੰਗਤ ਕਰਦੇ ਹਾਂ, ਸੰਗਤ ਵਿੱਚ ਆ ਕੇ ਸਾਨੂੰ ਪਤਾ ਲੱਗਦਾ ਕਿ ਅਸੀਂ ਸਾਡੇ ਜੀਵਨ ਦਾ ਪ੍ਰਯੋਜਨ ਕੀ ਹੈ, ਅਸੀਂ ਮਾਤ ਲੋਕ ਤੇ ਆਏ ਹਾਂ, ਅਸੀਂ ਕੀ ਕਰਨ ਆਏ ਹਾਂ। ਤੇ ਇਸ ਤੇ ਪਰਥਾਏ ਪਾਤਸ਼ਾਹ ਬਚਨ ਕਰਦੇ ਨੇ ਬਾਣੀ 'ਚ ਕਿ ਸਿੱਖਾ, ਜਿਹੜੇ ਸੰਸਾਰ ਵਿੱਚ ਤੂੰ ਵਿਚਰ ਰਿਹਾ ਹੈ ਨਾ, ਇਹ ਨਾ ਸਮਝੀ ਕਿ ਕੇਵਲ ਗੁਰੂ ਗੁਰਦੁਆਰਿਆਂ ਵਿੱਚ ਹੀ ਰਹਿੰਦਾ ਹੈ, ਇਹ ਨਾ ਸਮਝੀ ਕਿ ਗੁਰਮੁਖ ਪਿਆਰੇ ਜਾਂ ਸੰਤ ਮਹਾਂਪੁਰਸ਼ ਹੀ ਨਾਮ ਜਪ ਸਕਦੇ ਨੇ। ਤੈਨੂੰ ਮੈਂ ਇੱਕ ਐਸਾ ਮਾਰਗ ਦੇ ਕੇ ਚੱਲਿਆ, ਐਸਾ ਤੈਨੂੰ ਸਿਧਾਂਤ ਦੇ ਕੇ ਚੱਲਿਆ, ਤੂੰ ਗੁਰਬਾਣੀ ਪੜ੍ਹ ਕੇ ਗੁਰਬਾਣੀ ਨੂੰ ਵਿਚਾਰੇਂਗਾ ਨਾ, ਤੈਨੂੰ ਜੀਵਨ ਜਾਚ ਮਿਲੇਗੀ ਕਿ ਤੂੰ ਨਾਮ ਕਿਵੇਂ ਜਪ ਸਕਦਾ ਹੈ। ਗੁਰੂ ਸਾਹਿਬ ਨੇ ਸਾਨੂੰ ਇਹ ਨਹੀਂ ਕਿਹਾ ਕਿ ਆਪਣੇ ਕੰਮਕਾਰ ਛੱਡ ਕੇ ਨਾਮ ਜਪੋ। ਮੇਰੇ ਮਾਲਕ ਪਾਤਸ਼ਾਹ ਨੇ ਸਾਨੂੰ ਇਹ ਨਹੀਂ ਕਿਹਾ ਕਿ ਕੇਵਲ ਸੰਨਿਆਸੀ ਹੀ ਨਾਮ ਜਪ ਸਕਦੇ ਨੇ। ਇੱਥੋਂ ਤੱਕ ਤੇ ਗੁਰਬਾਣੀ ਨੇ ਸਾਨੂੰ ਇਹ ਬਚਨ ਕਰ ਦਿੱਤਾ, ਗੁਰਬਾਣੀ 'ਚ ਭਗਤਾਂ ਨੇ ਇਹ ਬਾਣੀ ਅੰਕਿਤ ਕੀਤੀ ਹੈ। ਭਗਤ ਜਨ ਕਹਿੰਦੇ ਨੇ ਕਿ ਨਾਮਾ ਕਹੈ ਤਿਲੋਚਨਾ, ਮੁਖ ਤੇ RAM ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ, ਨਿਰੰਜਨ ਨਾਲ। ਪਾਤਸ਼ਾਹ ਬਚਨ ਕਰਦੇ ਨੇ, ਸਿੱਖਾ, ਤੈਨੂੰ ਮੈਂ ਕੰਮ ਛੱਡਣ ਨੂੰ ਨਹੀਂ ਕਹਿੰਦਾ, ਤੈਨੂੰ ਆਪਣਾ ਧੰਦਾ ਛੱਡਣ ਨੂੰ ਨਹੀਂ ਕਹਿੰਦਾ, ਮੈਂ ਤੈਨੂੰ ਇੱਕ ਮਾਰਗ, ਇੱਕ ਸਿਧਾਂਤ ਦੇ ਕੇ ਚੱਲਿਆ। ਜਿਹੜਾ ਵੀ ਕੰਮ ਕਰੇਗਾ ਨਾ, ਉਸ ਕੰਮ ਦੇ ਵਿੱਚ ਉਸ ਪਰਮਾਤਮਾ ਦੀ ਯਾਦ ਆਪਣੇ ਦਿਲ 'ਚ ਵਸਾ ਕੇ ਰੱਖੇ। ਇੱਕ ਤੇ ਅਸੀਂ ਸੁਣਦੇ ਹਾਂ ਮਹਾਂਪੁਰਸ਼ਾਂ ਦੀ ਰਸਨਾ ਤੋਂ ਕਿ ਭਾਈ ਸਿਮਰਨ ਕਰਿਆ ਕਰੋ, ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬੈਠਿਆ ਕਰੋ, ਤੁਹਾਡਾ ਜੀਵਨ ਸਫਲਾ ਹੋਏਗਾ। ਇੱਕ ਮਹਾਂਪੁਰਸ਼ਾਂ ਦੇ ਮੁਖ ਤੋਂ ਮੈਂ ਇਹ ਵੀ ਬਚਨ ਸੁਣਿਆ, ਮਹਾਂਪੁਰਸ਼ ਇੱਕ ਦਿਨ ਬਚਨ ਕਰ ਰਹੇ, ਕਹਿੰਦੇ ਜਿਹੜਾ ਸਿਮਰਨ ਅਸੀਂ ਮੂੰਹ ਨਾਲ ਕਰਦੇ ਹਾਂ ਨਾ, ਹੌਲੀ ਹੌਲੀ ਸਾਡੇ ਅੰਦਰ ਪ੍ਰਵੇਸ਼ ਕਰਦਾ ਹੈ, ਅੰਦਰੋਂ ਅੰਮ੍ਰਿਤ ਫੁੱਟਦਾ ਹੈ। ਤੇ ਇੱਕ ਸਿਮਰਨ ਐਸਾ ਹੈ ਜਿਹੜਾ ਸਹਿਜ ਸੁਭਾਏ ਸੁਤੇ ਸਿੱਧ ਸਾਡੇ ਅੰਦਰ ਚੱਲ ਪੈਂਦਾ ਹੈ। ਮਹਾਂਪੁਰਸ਼ ਬਚਨ ਕਰਨ ਲੱਗੇ, ਕਹਿੰਦੇ ਉਹ ਸਿਮਰਨ ਹੈ ਗੁਰੂ ਦੀ ਯਾਦ ਨੂੰ ਆਪਣੇ ਹਿਰਦੇ 'ਚ ਵਸਾਉਣਾ। ਕਿ ਜਿਹੜਾ ਵੀ ਮੈਂ ਕੰਮ ਕਰ ਰਿਹਾ ਹਾਂ ਨਾ, ਉਸ ਕੰਮ ਦੇ ਵਿੱਚ ਮੈਂ ਕੋਈ ਬੇਈਮਾਨੀ ਨਾ ਕਰਾਂ, ਮੈਂ ਦੁਕਾਨਦਾਰੀ ਕਰਾਂ, ਮੈਂ ਹੱਕ ਸੱਚ ਦੀ ਕਮਾਈ ਖਾਵਾਂ, ਕਿਉਂਕਿ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ।
ਇਹ ਮਹਾਂਪੁਰਸ਼ਾਂ ਨੇ ਸਾਨੂੰ ਪੁਕਾਰ ਪੁਕਾਰ ਕੇ ਇਹ ਦ੍ਰਿੜ ਕਰਵਾਇਆ ਕਿ ਭਾਈ ਜਿਹੜਾ ਪਰਮਾਤਮਾ ਅਕਾਲ ਪੁਰਖ ਹੈ ਨਾ, ਉਹ ਘਟ ਘਟ ਦੇ ਵਿੱਚ ਵਸਦਾ ਹੈ, ਹਰ ਇੱਕ ਜੀਵ ਦੇ ਅੰਦਰ ਵਸਦਾ ਹੈ। ਇਸ ਕਰਕੇ ਅਸੀਂ ਆਪਣੇ ਜਿਹੜਾ ਜੀਵਨ ਹੈ ਨਾ, ਉਸ ਨੂੰ ਇਸ ਤਰ੍ਹਾਂ ਢਾਲ ਲਈਏ ਕਿ ਗੁਰੂ ਦੀ ਯਾਦ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ। ਇਸੇ ਲਈ ਧੰਨ ਕਲਗੀਧਰ ਪਾਤਸ਼ਾਹ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ ਸੀ। ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਬਖਸ਼ਿਆ ਕਿਉਂ ਸੀ? ਕਦੇ ਵਿਚਾਰ ਕਰਿਓ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਬਾਣੀ ਪੜ੍ਹਦੇ ਆ ਨਾ, ਉਸ ਦੇ ਵਿੱਚ ਬਚਨ ਆਉਂਦਾ ਕਿ ਅੰਤਰ ਖੋਹਟਾ ਅੰਮ੍ਰਿਤ ਭਰਿਆ। ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਸਿੱਖਾ ਤੇਰੇ ਅੰਦਰ ਅੰਮ੍ਰਿਤ ਦਾ ਖੂਹ ਭਰਿਆ ਪਿਆ ਹੈ। ਇੱਕ ਬਚਨ ਪਾਤਸ਼ਾਹ ਹੋਰ ਕਰਦੇ ਨੇ ਕਿ ਨਾਨਕ ਅੰਮ੍ਰਿਤ ਮਨੈ ਮਾਹੇ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੇ ਸਾਡੇ ਅੰਦਰ ਅੰਮ੍ਰਿਤ ਹੈ, ਸਾਡੇ ਮਨ ਦੇ ਵਿੱਚ ਅੰਮ੍ਰਿਤ ਹੈ, ਤਾਂ ਸਾਨੂੰ ਬਾਹਰੋਂ ਅੰਮ੍ਰਿਤ ਲੈਣ ਦੀ ਜ਼ਰੂਰਤ ਕਿਉਂ ਪੈ ਗਈ? ਕਲਗੀਧਰ ਪਾਤਸ਼ਾਹ ਨੇ ਸਾਨੂੰ ਬਾਹਰੋਂ ਅੰਮ੍ਰਿਤ ਕਿਉਂ ਦਿੱਤਾ? ਪਾਤਸ਼ਾਹ ਤੇ ਕਹਿੰਦੇ ਇੱਥੋਂ ਤੱਕ ਪਾਤਸ਼ਾਹ ਨੇ ਬਚਨ ਕੀਤਾ ਕਿ ਸਿੱਖਾ ਤੂੰ ਇਹਨਾਂ ਸਮਝੀ ਕਿ ਗੁਰਮੁਖ ਪਿਆਰਿਆਂ ਦੇ ਵਿੱਚ ਜਿਹੜੇ ਗੁਰੂ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਅੰਦਰ ਹੀ ਅੰਮ੍ਰਿਤ ਹੈ। ਪਾਤਸ਼ਾਹ ਤੇ ਕਹਿੰਦੇ ਮਨਮੁਖ ਬੰਦੇ ਦੇ ਅੰਦਰ ਵੀ ਅੰਮ੍ਰਿਤ ਹੈ, ਪਰ ਉਹ ਪ੍ਰਗਟ ਕਿਵੇਂ ਹੋਏਗਾ? ਇਸੇ ਲਈ ਕਲਗੀਧਰ ਪਾਤਸ਼ਾਹ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ ਸੀ ਕਿ ਸਿੱਖਾ ਜਦੋਂ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕੇਗਾ ਨਾ, ਜਿਹੜਾ ਅੰਦਰ ਤੇਰੇ ਅੰਮ੍ਰਿਤ ਜਮਿਆ ਪਿਆ ਹੈ, ਜਦੋਂ ਬਾਹਰੋਂ ਅੰਮ੍ਰਿਤ ਪਾਏਗਾ, ਉਹ ਤੇਰਾ ਅੰਦਰੋਂ ਅੰਮ੍ਰਿਤ ਪ੍ਰਗਟ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਣਾਂ ਦਿੱਤੀਆਂ ਕਿ ਅੰਦਰ ਦਾ ਅੰਮ੍ਰਿਤ ਪ੍ਰਗਟ ਕਿਵੇਂ ਹੋਏਗਾ। ਭਾਈ ਗੁਰਦਾਸ ਜੀ ਨੇ ਸੰਸਾਰਕ ਉਦਾਹਰਣਾਂ ਦੇ ਕੇ ਸਾਨੂੰ ਸਮਝਾਉਣਾ ਕੀਤਾ। ਉਹ ਕਹਿੰਦੇ ਇੱਕ ਇਸਤਰੀ ਹੈ ਨਾ, ਇਸਤਰੀ ਦੇ ਅੰਦਰ ਜੀਵ ਪੈਦਾ ਕਰਨ ਦੇ ਸੈੱਲ ਨੇ। ਹਰ ਮਰਦ ਦੇ ਵਿੱਚ ਇਸਤਰੀ ਨੂੰ ਪੈਦਾ ਕਰਨ ਦੇ, ਇੱਕ ਜੀਵ ਨੂੰ ਪੈਦਾ ਕਰਨ ਦੇ ਸੈੱਲ ਨੇ, ਤੇ ਹਰ ਇਸਤਰੀ ਦੇ ਵਿੱਚ ਮਰਦ ਨੂੰ ਪੈਦਾ ਕਰਨ ਦੇ ਸੈੱਲ ਨੇ। ਪਰ ਉਹ ਕਹਿੰਦੇ ਉਹ ਜੀਵਨ ਉਹਨਾਂ ਦੋਨਾਂ ਚੋਂ ਉਦੋਂ ਪ੍ਰਗਟ ਹੋਏਗਾ, ਉਹ ਜੀਵਨ ਉਦੋਂ ਪੈਦਾ ਹੋਏਗਾ ਜਦੋਂ ਦੋਨਾਂ ਦਾ ਸੁਮੇਲ ਹੋਏਗਾ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜਾ ਅੰਮ੍ਰਿਤ ਸਿੱਖਾ ਤੇਰੇ ਅੰਦਰ ਹੈ ਨਾ, ਉਹ ਅੰਮ੍ਰਿਤ ਉਦੋਂ ਪ੍ਰਗਟ ਹੋਏਗਾ ਜਦੋਂ ਤੇਰਾ ਗੁਰੂ ਦੇ ਨਾਲ ਸੁਮੇਲ ਹੋਏਗਾ। ਕਿਉਂਕਿ ਅਸੀਂ ਹਰ ਰੋਜ਼ ਪੜ੍ਹਦੇ ਆ ਨਾ ਕਿ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਹੜਾ ਅੰਮ੍ਰਿਤ ਦੇਵੀ ਦੇਵਤੇ ਵੀ ਲੋਚਦੇ ਨੇ ਨਾ, ਉਹ ਅੰਮ੍ਰਿਤ ਸਾਨੂੰ ਮਿਲੇਗਾ ਕਿੱਥੋਂ? ਕਿਉਂਕਿ ਅੰਮ੍ਰਿਤ ਸਾਡੇ ਅੰਦਰ ਹੈ। ਉਹ ਪ੍ਰਗਟ ਕਿਵੇਂ ਹੋਏਗਾ? ਗੁਰੂ ਦੇ ਸੁਮੇਲ ਨਾਲ। ਦੂਜੀ ਉਦਾਹਰਣ ਭਾਈ ਗੁਰਦਾਸ ਜੀ ਨੇ ਇਹ ਦਿੱਤੀ। ਭਾਈ ਸਾਹਿਬ ਬਚਨ ਕਰਨ ਲੱਗੇ ਕਿ ਅਸੀਂ ਘਰ ਦੇ ਵਿੱਚ ਲੱਕੜ ਵਰਤਦੇ ਹਾਂ ਨਾ, ਅਸੀਂ ਖਿੜਕੀਆਂ ਦਰਵਾਜ਼ੇ ਬੈੱਡ ਬਣਾਉਂਦੇ ਹਾਂ, ਸੋਫੇ ਕੁਰਸੀਆਂ ਬਣਾ ਕੇ ਉਹਨਾਂ ਦੇ ਉੱਤੇ ਬਹਿੰਦੇ ਹਾਂ। ਜਦੋਂ ਅਸੀਂ ਬੈੱਡਾਂ ਤੇ ਬਹਿੰਦੇ ਹਾਂ, ਕਿਆ ਕਿਸੇ ਨੇ ਇਹ ਕਿਹਾ ਕਿ ਮੈਨੂੰ ਇਸ ਲੱਕੜ ਤੋਂ ਸੇਕ ਆਉਂਦਾ ਹੈ? ਕਿਉਂਕਿ ਪਾਤਸ਼ਾਹ ਨੇ ਹਰ ਇੱਕ ਲੱਕੜ ਦੇ ਵਿੱਚ ਅੱਗ ਪਾਈ ਹੈ। ਅੱਗ ਲੱਕੜ ਦੇ ਅੰਦਰ ਹੈ, ਪਰ ਉਹ ਪ੍ਰਗਟ ਕਿਵੇਂ ਹੋਏਗੀ? ਭਾਈ ਸਾਹਿਬ ਕਹਿਣ ਲੱਗੇ ਉਹ ਅੱਗ ਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਬਾਹਰੋਂ ਚਿਲਗ ਲਾਉਣੀ ਪਏਗੀ, ਸਾਨੂੰ ਬਾਹਰੋਂ ਅੱਗ ਲਾਉਣੀ ਪਏਗੀ, ਤਾਂ ਉਸ ਲੱਕੜ ਦੇ ਅੰਦਰੋਂ ਅੱਗ ਪ੍ਰਗਟ ਹੋਏਗੀ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਜੇ ਸਿੱਖਾ ਤੂੰ ਆਪਣੇ ਅੰਦਰ ਦੇ ਆਤਮਿਕ ਆਨੰਦ ਨੂੰ ਮਾਣਨਾ ਹੈ ਨਾ, ਜੇ ਆਪਣੇ ਅੰਦਰੋਂ ਅੰਮ੍ਰਿਤ ਪ੍ਰਗਟ ਕਰਨਾ ਹੈ ਤਾਂ ਗੁਰੂ ਦੀ ਸੰਗਤ ਕਰ, ਗੁਰਬਾਣੀ ਨੂੰ ਆਪਣੇ ਅੰਦਰ ਲੈ ਕੇ ਜਾ, ਬਾਟੇ ਦਾ ਅੰਮ੍ਰਿਤ ਲੈ ਕੇ ਜਾ, ਤੇਰੇ ਅੰਦਰੋਂ ਅੰਮ੍ਰਿਤ ਪ੍ਰਗਟ ਹੋ ਜਾਏਗਾ। ਤੇਰਾ ਉਹ ਆਨੰਦ, ਤੇਰਾ ਸੁੱਤੇ ਸਿੱਧ ਅੰਦਰੋਂ ਸਿਮਰਨ, ਉਹ ਅੰਮ੍ਰਿਤ ਦੇ ਝਰਨੇ ਫੁੱਟ ਪੈਣਗੇ। ਤੇ ਪਾਤਸ਼ਾਹ ਇਹ ਬਚਨ ਕਰਦੇ ਨੇ ਗੁਰਬਾਣੀ 'ਚ। ਤੀਜੀ ਉਦਾਹਰਣ ਮੈਂ ਦਿਆਂ ਅੰਮ੍ਰਿਤ ਦੇ ਪ੍ਰਤੀ ਕਿ ਸਾਡਾ ਅੰਦਰੋਂ ਅੰਮ੍ਰਿਤ ਪ੍ਰਗਟ ਕਿਵੇਂ ਹੋਏਗਾ। ਪਾਤਸ਼ਾਹ ਗੁਰਬਾਣੀ 'ਚ ਬਚਨ ਕਰਦੇ ਨੇ ਕਿ ਇੱਕ ਕਟੋਰੇ 'ਚ ਦਹੀਂ ਦੁੱਧ ਪਾ ਲਓ, ਉਸ ਦੁੱਧ ਨੂੰ ਕਿਸੇ ਅਨਪੜ੍ਹ ਬੰਦੇ ਅੱਗੇ ਲੈ ਕੇ ਜਾਓਗੇ, ਉਹਨੂੰ ਪੁੱਛੋਗੇ ਨਾ ਕਿ ਮੈਨੂੰ ਦੱਸ ਇਸ ਦੁੱਧ ਦੇ ਵਿੱਚ ਘਿਓ ਹੈ, ਤੁਸੀਂ ਉਹਨੂੰ ਜਾ ਕੇ ਪੁੱਛੋ ਇਸ ਦੁੱਧ ਦੇ ਵਿੱਚ ਮੱਖਣ ਹੈ, ਅਨਪੜ੍ਹ ਬੰਦਾ ਵੀ ਇਹ ਬਚਨ ਕਰੇਗਾ, ਇਹ ਕਹਿ ਦੇਗਾ ਕਿ ਇਸ ਦੁੱਧ ਦੇ ਵਿੱਚ ਮੱਖਣ ਹੈ, ਇਸ ਦੁੱਧ ਦੇ ਵਿੱਚ ਦਹੀਂ, ਇਸ ਦਹੀਂ ਦੇ ਵਿੱਚ ਘਿਓ ਹੈ। ਪਰ ਉਹ ਪ੍ਰਗਟ ਕਿਵੇਂ ਹੋਏਗਾ?
ਪਾਤਸ਼ਾਹ ਕਹਿੰਦੇ ਜਦੋਂ ਅਸੀਂ ਦੁੱਧ ਨੂੰ ਜਾਗ ਲਾਉਂਦੇ ਆ ਨਾ, ਦੁੱਧ ਨੂੰ ਜਾਗ ਲਾਉਣ ਤੋਂ ਬਾਅਦ ਉਸ ਨੂੰ 8 ਘੰਟੇ 10 ਘੰਟੇ ਦਾ ਅਸੀਂ ਟਿਕਾ ਦਿੰਨੇ ਆ। ਇਸੇ ਤਰ੍ਹਾਂ ਜਦੋਂ ਅਸੀਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈਨੇ ਆ ਨਾ, ਉਹ ਸਾਨੂੰ ਜਾਗ ਲਾਉਂਦੇ ਨੇ ਤੇ ਅੱਗੇ ਬਚਨ ਕਰਦੇ ਨੇ ਕਿ ਸਿੱਖਾ ਅੱਜ ਤੈਨੂੰ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਏ, ਅੱਜ ਤੈਨੂੰ ਅਸੀਂ ਜਾਗ ਲਾਈਏ, ਹੁਣ ਤੇਰਾ ਕੰਮ ਹੈ ਇੱਕ ਆਸਣ ਤੇ ਬੈਠ ਕੇ ਬੰਦਗੀ ਕਰਨੀ, ਉਸ ਸ਼ਬਦ ਦੀ ਕਮਾਈ ਕਰਨੀ। ਅੱਜ ਇਹ ਇੱਕ ਹਵਾ ਚੱਲ ਪਈ ਏ। ਮੈਂ 2 ਮਿੰਟ ਰੁਕ ਕੇ ਬੇਨਤੀ ਕਰਾਂ। ਅੱਜ ਬੜਾ ਪ੍ਰਚਾਰ ਹੋ ਰਿਹਾ ਹੈ ਕਿ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕਿਸੇ ਨੂੰ ਨਾ ਮੰਨੋ, ਕੇਵਲ ਗੁਰਬਾਣੀ ਪੜੋ। ਮੈਂ ਇੱਕ ਬਚਨ ਕਰਨਾ ਚਾਹੁੰਦਾ ਗੁਰੂ ਦੀ ਭੈ ਭਾਵਨੀ ਵਿੱਚ ਰਹਿ ਕੇ। ਮੈਂ ਉਹਨਾਂ ਪਿਆਰਿਆਂ ਨੂੰ ਇੱਕ ਗੁਰੂ ਦਾ ਬਚਨ ਸੁਣਾਉਣਾ ਕਿ ਜੇ ਤੁਸੀਂ ਕਹਿੰਦੇ ਹੋ ਨਾ ਕਿ ਕੱਲੀ ਗੁਰਬਾਣੀ, ਕੇਵਲ ਗੁਰਬਾਣੀ ਪੜ੍ਹਨੀ ਚਾਹੀਦੀ ਜਾਂ ਧਾਰਨਾ, ਇਹ ਕੱਚੀ ਬਾਣੀ ਨਹੀਂ ਸੁਣਨੀ ਚਾਹੀਦੀ। ਹਾਲਾਂਕਿ ਇਹ ਕੱਚੀ ਬਾਣੀ ਹੈ ਨਹੀਂ। ਕੱਚੀ ਬਾਣੀ ਗੁਰੂ ਨੇ ਕਿਸ ਨੂੰ ਕਿਹਾ ਹੈ? ਅੱਜ ਅਸੀਂ ਮਹਾਂਪੁਰਸ਼ਾਂ ਦੇ ਅਸਥਾਨਾਂ ਤੇ ਬੈਠੇ ਆ, ਆਪਣੇ ਮਨ ਦੇ ਵਿੱਚ ਇਹ ਭਾਵਨਾ, ਇਹ ਸ਼ਰਧਾ ਬਣਾਇਓ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਜੋ ਸਿਧਾਂਤ ਬਖਸ਼ਿਆ ਹੈ ਨਾ, ਉਸ ਸਿਧਾਂਤ ਤੇ ਅਸੀਂ ਉਦੋਂ ਤੱਕ ਦ੍ਰਿੜ ਨਹੀਂ ਰਹਿ ਸਕਦੇ ਜਦੋਂ ਸਾਡੇ ਅੰਦਰ ਭਾਵਨਾ ਨਹੀਂ ਹੋਏਗੀ। ਜੇ ਤੁਹਾਡੇ ਅੰਦਰ ਭਾਵਨਾ ਹੈ ਨਾ, ਜਿਹੜੇ ਪੁਰਸ਼, ਜਿਹੜੇ ਮਨੁੱਖ ਕਹਿੰਦੇ ਨੇ ਕਿ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੇਵਲ ਬਾਣੀ ਪੜੋ, ਉਹਨਾਂ ਦੀ ਸੰਗਤ ਕਰੋ, ਹੋਰ ਕਿਸੇ ਕੋਲ ਜਾਣ ਦੀ ਲੋੜ ਨਹੀਂ। ਪਰ ਉਹ ਮੈਂ ਬੇਨਤੀ ਕਰਾਂ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜੋ। ਪਾਤਸ਼ਾਹ ਜੀ ਕਹਿੰਦੇ ਕੀ ਨੇ? ਸੱਚੇ ਪਾਤਸ਼ਾਹ ਨੇ ਅੰਗ 1192 ਤੇ ਇੱਕ ਬਚਨ ਕੀਤਾ, ਜਿਹੜੇ ਕਹਿੰਦੇ ਨੇ ਕਿ ਨਾ ਕਿ ਅਸੀਂ ਇਤਿਹਾਸ ਨੂੰ ਨਹੀਂ ਮੰਨਦੇ, ਇਹ ਬੰਦਿਆਂ ਦਾ ਲਿਖਿਆ ਹੈ। ਅਸੀਂ ਸਾਖੀਆਂ ਨਹੀਂ ਸੁਣਨੀਆਂ, ਅਸੀਂ ਕੇਵਲ ਗੁਰਬਾਣੀ ਦੀ ਕਥਾ ਵਿਚਾਰ ਸੁਣਨੀ ਹੈ। ਭਾਈ ਮਨੀ ਸਿੰਘ ਸਾਹਿਬ ਇੱਕ ਵਾਰ ਅਕਾਲ ਬੁੰਗੇ ਤੇ ਅਕਾਲ ਤਖਤ ਸਾਹਿਬ ਤੇ ਕਥਾ ਕਰ ਰਹੇ ਸੀ। ਉਹਨਾਂ ਨੂੰ ਸਿੱਖਾਂ ਨੇ ਬੇਨਤੀ ਕੀਤੀ, ਗੁਰਮੁਖ ਪਿਆਰਿਆਂ ਨੇ ਬੇਨਤੀ ਕੀਤੀ ਕਿ ਭਾਈ ਸਾਹਿਬ, ਜਿਹੜੇ ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਸਿੱਖ ਹੋਏ ਨੇ ਨਾ, ਸਾਨੂੰ ਉਹਨਾਂ ਦਾ ਜੀਵਨ ਸੁਣਾਓ, ਕਿਉਂਕਿ ਅਸੀਂ ਸੁਣਿਆ ਉਹਨਾਂ ਨੇ ਬੜੀ ਅਪਾਰ ਕਿਰਪਾ ਸੱਚੇ ਪਾਤਸ਼ਾਹ ਸਤਿਗੁਰਾਂ ਪਾਸੋਂ ਲਈ ਏ। ਸਾਨੂੰ ਇਹ ਜਾਂਚ ਮਿਲੇਗੀ ਉਹਨਾਂ ਦੇ ਜੀਵਨ ਤੋਂ ਕਿ ਅਸੀਂ ਕਿਵੇਂ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ। ਤੇ ਭਾਈ ਸਾਹਿਬ ਨੇ ਇੱਕ ਪੋਥੀ ਲਿਖੀ ਸੀ, ਉਹਦਾ ਨਾਂ ਸੀ ਸਿੱਖਾਂ ਦੀ ਭਗਤ ਮਾਲ। ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਟੀਕਾ ਕੀਤਾ ਭਾਈ ਸਾਹਿਬ ਨੇ। ਜਿਹੜੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਸਿੱਖ ਹੋਏ ਸੀ ਨਾ, ਉਹਨਾਂ ਦਾ ਜੀਵਨ ਵਰਣਨ ਕੀਤਾ। ਉੱਥੇ ਭਾਈ ਸਾਹਿਬ ਨੇ ਇੱਕ ਬਚਨ ਕੀਤਾ ਕਿ ਪਿਆਰਿਓ, ਜਿਹੜਾ ਪੁਰਾਤਨ ਗੁਰਸਿੱਖਾਂ ਦਾ ਜੀਵਨ ਹੁੰਦਾ ਹੈ ਨਾ, ਅਸੀਂ ਪੁਰਾਣੇ ਸਮਿਆਂ 'ਚ ਵੇਖਦੇ ਸੀ ਕਿ ਜਦੋਂ ਇੱਕ ਮਨੁੱਖ ਦਰਿਆ ਪਾਰ ਕਰਦਾ ਸੀ ਨਾ, ਉਹ ਆਪਣੇ ਪਿੱਛੇ ਕਾਨੇ ਗੱਡ ਜਾਂਦਾ ਸੀ। ਭਾਈ ਸਾਹਿਬ ਕਹਿੰਦੇ ਉਹ ਕਾਨੇ ਗੱਡਣ ਦਾ ਇਹ ਅਰਥ ਹੁੰਦਾ ਸੀ ਕਿ ਪਿੱਛੇ ਜਿਹੜਾ ਮਨੁੱਖ ਕੋਈ ਉਸ ਦਰਿਆ ਨੂੰ ਪਾਰ ਕਰੇਗਾ ਨਾ, ਉਹਨੂੰ ਪਤਾ ਲੱਗ ਜਾਏਗਾ ਕਿ ਭਾਈ ਕਿੱਥੇ ਪਾਣੀ ਡੂੰਘਾ ਹੈ, ਕਿੱਥੇ ਉੱਚਾ ਹੈ, ਉਹ ਸੰਭਲ ਕੇ ਪੈਰ ਰੱਖ ਕੇ ਪਾਰ ਲੰਘ ਜਾਏਗਾ। ਭਾਈ ਸਾਹਿਬ ਬਚਨ ਕਰਨ ਲੱਗੇ, ਕਹਿੰਦੇ ਪੁਰਾਤਨ ਗੁਰਸਿੱਖਾਂ ਦਾ ਜੀਵਨ ਐਸਾ ਹੈ, ਉਹ ਸਾਡੇ ਲਈ ਜੀਵਨ ਜਾਚ ਹੈ। ਜਿਹਨੂੰ ਅਸੀਂ ਉਹਨਾਂ ਦਾ ਜੀਵਨ ਸੁਣਾਂਗੇ ਨਾ, ਸਾਡੇ ਅੰਦਰ ਉਹ ਭਾਵਨਾ ਪੈਦਾ ਹੋਏਗੀ ਕਿ ਅਸੀਂ ਗੁਰੂ ਦੀ ਖੁਸ਼ੀ ਕਿਵੇਂ ਲੈਣੀ, ਅਸੀਂ ਗੁਰੂ ਦੀ ਸੰਗਤ ਕਰਨੀ ਕਿਵੇਂ, ਮਹਾਂਪੁਰਸ਼ਾਂ ਦੀ ਸੰਗਤ ਕਿਵੇਂ ਕਰਨੀ ਹੈ। ਇਸੇ ਤਰ੍ਹਾਂ ਮੈਂ ਉਹਨਾਂ ਪੁਰਸ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਇੱਕ ਬਚਨ ਸੁਣਾਉਣ ਲੱਗਾ, ਕਿਉਂਕਿ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਿ ਜਿੱਥੇ ਸ਼ੰਕਾ ਆ ਗਈ ਨਾ, ਉੱਥੇ ਅੰਦਰੋਂ ਭਾਵਨਾ ਸ਼ਰਧਾ ਖਤਮ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ 1192 ਤੇ ਇੱਕ ਸ਼ਬਦ ਆਉਂਦਾ ਹੈ। ਪਾਤਸ਼ਾਹ ਬਚਨ ਕਰਦੇ ਨੇ ਕਿ ਸੁਣ ਸਾਖੀ ਮਨ ਜਪ ਪਿਆਰ। ਪਾਤਸ਼ਾਹ ਬਚਨ ਕਰਦੇ ਨੇ, ਪਾਤਸ਼ਾਹ ਕਹਿੰਦੇ ਸਿੱਖਾ, ਹੇ ਮੇਰੇ ਮਨਾ, ਤੂੰ ਸਾਖੀਆਂ ਸੁਣ, ਗੁਰਮੁਖ ਪਿਆਰਿਆਂ ਦਾ ਜੀਵਨ ਸੁਣ ਤੇ ਨਾਮ ਜਪ। ਪਾਤਸ਼ਾਹ ਨੇ ਅੱਗੇ ਵਰਣਨ ਵੀ ਕੀਤਾ ਕਿ ਉਹਨਾਂ ਪਿਆਰਿਆਂ ਦਾ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਆਪਣੇ ਜੀਵਨ 'ਚ ਲਾਗੂ ਕਰਕੇ ਗੁਰੂ ਦਾ ਪਿਆਰ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਅੱਗੇ ਪਾਤਸ਼ਾਹ ਬਚਨ ਕਰਦੇ ਨੇ, ਕਹਿੰਦੇ ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਦਰਿਆ ਕਹਿ ਏਕ ਬਾਰ।
ਬਾਲਮੀਕੈ ਹੋਆ ਸਾਧੂ ਸੰਗ ਧਰੂ ਕੋ ਮਿਲਿਆ ਪ੍ਰਭ ਨਿਸੰਗ। ਹੁਣ ਇਸ ਸ਼ਬਦ 'ਚ ਜੇ ਕਥਾ ਕਰਨੀ ਹੋਵੇ ਨਾ ਤਾਂ 2-2.5 ਮਹੀਨੇ ਦਾ ਸਮਾਂ ਲੱਗੇਗਾ। ਜਿਹੜੇ ਮਨੁੱਖ ਕਹਿੰਦੇ ਨੇ ਕਿ ਭਾਈ ਸਾਖੀਆਂ ਤੇ ਮਿਥਿਹਾਸ ਹੈ, ਸਾਖੀਆਂ ਨਹੀਂ ਸੁਣਨੀਆਂ ਚਾਹੀਦੀਆਂ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ, ਪਰ ਬਾਣੀ ਤੇ ਸਾਨੂੰ ਇਹ ਕਹਿ ਰਹੀ ਕਿ ਸੁਣ ਸਾਖੀ ਮਨ ਜਪ ਪਿਆਰ। ਤੂੰ ਸਾਖੀਆਂ ਸੁਣੇਗਾ, ਤੇਰੇ ਮਨ ਦੇ ਅੰਦਰ ਪਿਆਰ ਪੈਦਾ ਹੋਏਗਾ ਗੁਰੂ ਦਾ। ਇਸੇ ਲਈ ਪਾਤਸ਼ਾਹ ਨੇ ਸਾਨੂੰ ਇਹ, ਕਿਉਂਕਿ ਨਾਨਕ ਨਿਰਮਲ ਪੰਥ ਚਲਾਇਆ, ਗੁਰੂ ਸਾਹਿਬ ਨੇ ਸਾਨੂੰ ਨਿਰਮਲ ਪੰਥ ਦੀ ਸਾਜਣਾ ਕਰਕੇ ਦਿੱਤੀ। ਕਲਗੀਧਰ ਪਾਤਸ਼ਾਹ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਇਸੇ ਲਈ ਬਖਸ਼ਿਆ ਸੀ ਕਿ ਜਿਹੜਾ ਅੰਮ੍ਰਿਤ ਸਿੱਖਾ ਤੇਰੇ ਅੰਦਰ ਹੈ ਨਾ, ਉਹ ਪ੍ਰਗਟ ਹੋ ਜਾਵੇ। ਤੂੰ ਇਹ ਨਾ ਸਮਝੀ ਕਿ ਤੂੰ ਗੁਰੂ ਦੇ ਬਖਸ਼ਿਸ਼ ਤੋਂ ਬਿਨਾਂ ਕੋਈ ਖੁਸ਼ੀ ਲੈ ਲੇਗਾ। ਜੇ ਤੇਰੇ ਅੰਦਰੋਂ ਤੂੰ ਅੰਮ੍ਰਿਤ ਪ੍ਰਗਟ ਕਰਨਾ ਹੈ ਨਾ, ਤਾਂ ਤੇਰਾ ਤੇ ਗੁਰੂ ਦਾ ਸੁਮੇਲ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਮੈਂ ਬਚਨ ਕਰ ਰਿਹਾ ਸੀ ਗੁਰੂ ਦਾ ਕਿ ਪਾਤਸ਼ਾਹ ਕਹਿੰਦੇ ਜੇ ਅਸੀਂ ਦਹੀਂ ਦੇ ਵਿੱਚੋਂ ਕੀਮਤੀ ਤੱਤ ਕੱਢਣੇ ਨੇ ਨਾ, ਤੇ ਸਾਨੂੰ ਜਾਗ ਲਾ ਕੇ ਉਸ ਨੂੰ 8 ਘੰਟੇ ਦਾ ਟਿਕਾ ਦੇਣਾ ਪਏਗਾ, ਤਾਂ ਕਿਤੇ ਜਾ ਕੇ ਦੁੱਧ ਦਾ ਦਹੀਂ ਜੰਮਦਾ ਏ। ਤੇ ਉਹ ਜਦੋਂ ਹੀ ਦਹੀਂ ਜੰਮ ਗਿਆ, ਪਾਤਸ਼ਾਹ ਕਹਿੰਦੇ ਉਹ ਦੇ ਵਿੱਚ ਮਧਾਣੀ ਪਾ ਕੇ ਬੈਠ ਜਾਈਂ। ਤੂੰ ਜਦੋਂ ਮਧਾਣੀ ਪਾ ਕੇ ਬੈਠੇਗਾ, ਉਸ ਦੇ ਵਿੱਚੋਂ ਤੈਨੂੰ ਕੀਮਤੀ ਤੱਤ ਮੱਖਣ ਪ੍ਰਾਪਤ ਹੋ ਜਾਏਗਾ, ਉਸ ਦੇ ਵਿੱਚੋਂ ਤੈਨੂੰ ਘਿਓ ਪ੍ਰਾਪਤ ਹੋ ਜਾਏਗਾ। ਸ਼ਬਦ ਦੀ ਕਮਾਈ ਕਰ। ਜਦੋਂ ਤੇਰਾ ਮਨ ਰੰਗਿਆ ਗਿਆ ਨਾ, ਉਦੋਂ ਸੱਚ ਜਾਣੀ ਤੂੰ ਆਪਣੇ ਅੰਦਰੋਂ ਅੰਮ੍ਰਿਤ ਨੂੰ ਪ੍ਰਗਟ ਕਰਨ ਵਾਸਤੇ ਸਿਮਰਨ ਦਾ ਰਾਹ ਫੜ ਲਈ। ਪਾਤਸ਼ਾਹ ਕਹਿੰਦੇ ਜਿਵੇਂ ਦਹੀਂ ਦੇ ਵਿੱਚ ਮਧਾਣੀ ਚੱਲਦੀ ਏ ਨਾ, ਇਸੇ ਤਰ੍ਹਾਂ ਤੂੰ ਗੁਰਸ਼ਬਦ ਦਾ, ਗੁਰੂ ਦੇ ਨਾਮ ਦਾ, ਵਾਹਿਗੁਰੂ ਦਾ ਸਿਮਰਨ ਦਾ ਜਾਪ ਕਰੀ, ਤੇਰੇ ਅੰਦਰੋਂ ਅੰਮ੍ਰਿਤ ਪ੍ਰਗਟ ਹੋ ਜਾਏਗਾ। ਤੇ ਜਦੋਂ ਅੰਮ੍ਰਿਤ ਅੰਦਰੋਂ ਪ੍ਰਗਟ ਹੋ ਗਿਆ ਨਾ, ਉਦੋਂ ਸੱਚ ਜਾਣੀ ਸਿੱਖਾ, ਜਦੋਂ ਤੇਰੀ ਦ੍ਰਿਸ਼ਟੀ ਕਿਸੇ ਤੇ ਪਏਗੀ ਨਾ, ਤੈਨੂੰ ਕਹਿਣ ਦੀ ਲੋੜ ਨਹੀਂ ਕਿ ਭਾਈ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਕਿਉਂਕਿ ਗੁਰਬਾਣੀ ਦਾ ਬਚਨ ਹੈ ਨਿਗੁਰੇ ਕਾ ਹੈ ਨਾਉ ਬੁਰਾ। ਭਾਈ ਨਿਗੁਰਿਆਂ ਦਾ ਤੇ ਨਾਉ ਵੀ ਬੁਰਾ। ਤੈਨੂੰ ਕਹਿਣ ਦੀ ਲੋੜ ਨਹੀਂ, ਜਦੋਂ ਤੇਰੇ ਅੰਦਰ ਅੰਮ੍ਰਿਤ, ਤੂੰ ਆਤਮਿਕ ਆਨੰਦ ਮਾਣਿਆ ਹੋਏਗਾ ਨਾ, ਤੇਰੇ ਅੰਦਰ ਅੰਮ੍ਰਿਤ ਦੇ ਝਰਨੇ ਚੱਲ ਰਹੇ ਹੋਣਗੇ, ਤੈਨੂੰ ਕਹਿਣ ਦੀ ਲੋੜ ਨਹੀਂ, ਤੇਰੀ ਦ੍ਰਿਸ਼ਟੀ ਦੇ ਨਾਲ ਹੀ ਉਸ ਤੇ ਅਸਰ ਹੋ ਜਾਏਗਾ। ਅੱਜ ਮਹਾਪੁਰਸ਼ਾਂ ਦੇ ਬਚਨ ਅਸੀਂ ਕਿਉਂ ਮੰਨਦੇ ਹਾਂ? ਕਿਉਂ ਮਹਾਪੁਰਸ਼ਾਂ ਦੇ ਬਚਨਾਂ ਤੇ ਅਸੀਂ ਫੁੱਲ ਚੜਾਉਂਦੇ ਹਾਂ? ਕਿਉਂਕਿ ਉਹਨਾਂ ਨੇ ਉਸ ਸ਼ਬਦ ਦੀ ਕਮਾਈ ਕੀਤੀ ਹੈ, ਸ਼ਬਦ ਨੂੰ ਆਪਣੇ ਅੰਦਰ ਹਿਰਦੇ ਦੇ ਵਿੱਚ ਵਸਾਇਆ ਹੈ। ਉਸ ਸ਼ਬਦ ਨੂੰ ਕਮਾ ਕੇ, ਕਿਉਂਕਿ ਜਦੋਂ ਤੱਕ ਅਸੀਂ ਕੋਈ ਗੱਲ ਕਮਾਉਂਦੇ ਨਹੀਂ ਨਾ, ਜਦੋਂ ਤੱਕ ਆਪਣੇ ਜੀਵਨ 'ਚ ਲਾਗੂ ਨਹੀਂ ਕਰਦੇ, ਉਦੋਂ ਅਸੀਂ ਕਿਸੇ ਨੂੰ ਉਪਦੇਸ਼ ਦੇ ਕੇ ਸਮਝਾ ਨਹੀਂ ਸਕਦੇ। ਸੋ ਆਓ, ਮਹਾਪੁਰਸ਼ ਪਹੁੰਚ ਚੁੱਕੇ ਨੇ ਜਿਨ੍ਹਾਂ ਦੀ ਉਡੀਕ 'ਚ ਆਪਾਂ ਸਾਰੇ ਬੈਠੇ ਸੀ। ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਜੋ ਮਹਾਪੁਰਸ਼ਾਂ ਨੇ ਉਦਮ ਉਪਰਾਲਾ ਸਾਨੂੰ ਸਤਸੰਗਤ ਦੀਆਂ ਘੜੀਆਂ ਬਖਸ਼ੀਆਂ। ਅਸੀਂ ਵਿਸਾਖੀ ਦਾ ਸਮਾਂ ਮਨਾ ਰਹੇ ਹਾਂ ਨਾ, ਸਮਾਗਮ ਮਨਾ ਰਹੇ ਹਾਂ। ਬੜੀ ਕਿਰਪਾ ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਕੀਤੀ, ਜੋ ਸਾਨੂੰ ਇਹ ਸਤਸੰਗਤ ਦੀਆਂ ਘੜੀਆਂ ਮਹਾਪੁਰਸ਼ਾਂ ਦੁਆਰਾ ਬਖਸ਼ੀਆਂ। ਮੈਂ ਇਹ ਬਚਨ, ਇਹ ਬੇਨਤੀ ਹਮੇਸ਼ਾ ਗੁਰਸਿੱਖ ਸੰਗਤ ਨੂੰ ਕਰਦਾ ਹੁੰਨਾ ਕਿ ਜਦੋਂ ਵੀ ਮਹਾਪੁਰਸ਼ਾਂ ਦੀ ਕੀਰਤਨ, ਮਹਾਪੁਰਸ਼ਾਂ ਦੀ ਰਚਨਾ ਤੋਂ ਗੁਰਬਾਣੀ ਸਰਵਣ ਕਰਦੇ ਹੋ ਨਾ, ਜਦੋਂ ਹੀ ਮਹਾਪੁਰਸ਼ ਬੋਲਦੇ ਨੇ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਨਾਲ ਕਿਰਪਾ ਕਰਕੇ ਜ਼ਰੂਰ ਬੋਲਿਆ ਕਰੋ।